ਅੱਜ ਤੱਕ ਕਿਸਾਨ ਅੰਦੋਲਨਾਂ ਦਾ ਸਾਰਾ ਇਤਿਹਾਸ ਫਰੋਲ ਲਓ, ਇੱਕ ਅੰਦੋਲਨ ਸਾਬਤ ਕਰ ਦਿਓ ਜਿੰਦੇ 'ਚ ਨਿਹੰਗਾਂ ਦਾ ਕੋਈ ਰੋਲ ਰਿਹਾ। ਤੇ ਇਹਦੇ 'ਚ ਕੀ ਰੋਲ ਰਿਹਾ? ਵੱਧ ਤੋਂ ਵੱਧ ਲੋਕਾਂ ਦੇ ਹੱਥ ਵੱਢਣ ਦਾ, ਕਿਸੇ ਦੇ ਪੱਠੇ ਵੱਢਣ ਦਾ, ਕਿਸੇ ਦਾ ਆਟੋ ਭੰਨਣ ਦਾ, ਕਿਸੇ ਦੇ ਉੱਥੋਂ ਕੁੰਡੀ ਲਾ ਲਈ 70,000 ਰੁਪਇਆ ਬਿੱਲ ਆ ਗਿਆ, ਉਹ ਸੰਯੁਕਤ ਕਿਸਾਨ ਮੋਰਚੇ ਨੇ ਭਰਿਆ। ਹਰਿਆਣੇ ਦੇ ਕਿਸੇ ਬੰਦਾ ਹੱਥ ਵੱਢਤਾ, 4.5 ਲੱਖ ਰੁਪਇਆ ਸੰਯੁਕਤ ਕਿਸਾਨ ਮੋਰਚੇ ਨੇ ਉੱਤੇ ਲਾਇਆ। ਇਹ ਤਾਂ ਲਗਾਤਾਰ ਉੱਥੇ ਜਿਹੜੀਆਂ ਮੁਸੀਬਤਾਂ ਦੀ ਜੜ ਬਣੇ ਹੋਏ ਆ ਮੋਰਚੇ ਵਾਸਤੇ। ਜੇ ਅਸੀਂ ਕਹਿ ਦਈਏ ਕਿ ਬੰਦਾ ਵੱਢਤਾ ਚੰਗਾ ਕੀਤਾ, ਫਿਰ ਤਾਂ ਗਊ ਰੱਖਿਆ ਦੇ ਨਾਂ ਤੇ ਜੋ ਇਸ ਮੁਲਕ ਦੇ ਵਿੱਚ ਕਤਲੇਆਮ ਹੁੰਦਾ, ਫਿਰ ਤਾਂ ਅਸੀਂ ਉਹ ਵੀ ਠੀਕ ਕਵਾਂਗੇ ਕਿ ਜਿਹੜੇ ਇਹਦੇ ਪਿੱਛੇ ਸਾਜ਼ਿਸ਼ ਕਰਤਾ ਲੋਕ ਨੇ ਵੀ ਉਹਨਾਂ ਨੂੰ ਫੜਿਆ ਜਾਵੇ, ਉਹਨਾਂ ਨੂੰ ਬੇਪਰਦ ਕੀਤਾ ਜਾਵੇ। ਉਹਨਾਂ ਨੇ ਤਾਂ ਕਤਲ ਕਰਕੇ ਖੁਦ ਸਬੂਤ ਖਤਮ ਕਰਤੇ। ਜਿਹੜਾ ਬੰਦਾ ਖਰੀਦਣਾ ਚਾਹੁੰਦਾ ਹੋਵੇ ਉਹਨੂੰ ਮਤਲਬ ਧੱਕਾ ਮਾਰਨ ਦੀ ਬਜਾਏ ਜਾਂ ਉਹਨੂੰ ਲੱਤ ਮਾਰਨ ਦੀ ਬਜਾਏ ਜਾਂ ਆ ਕੇ ਦੱਸਣ ਦੀ ਬਜਾਏ ਵੀ ਸਾਨੂੰ ਇਹ ਖਰੀਦਣਾ ਚਾਹੁੰਦੇ ਸੀਗੇ, ਉਹਦੇ ਤੇ ਸਰੋਪਾ ਲੈ ਰਹੇ ਹੈਗੇ। ਇਸ ਕਰਕੇ ਲਾਡਲੀ ਫੌਜ ਗੁਰੂ ਦੀ ਨਹੀਂ, ਇਹ ਕਦੀ ਇੰਦਰਾ ਦੀ ਲਾਡਲੀ ਸੀ ਤੇ ਹੁਣੇ ਮੋਦੀ ਦੀ ਲਾਡਲੀ ਹੈ। ਉਹ ਜਿਹੜਾ ਅਮਨਾ ਨਿਹੰਗ ਜਿਹਦੀ ਗੱਲ ਤੁਸੀਂ ਸੁਣ ਰਹੇ ਸੀ ਕੱਲ੍ਹ, ਉਹ ਇੱਦਾਂ ਲੱਗਦਾ ਜਿਵੇਂ ਇੱਕ ਦੂਸਰਾ ਨੀਟੂ ਸ਼ਟਰਾਂ ਵਾਲਾ ਆ ਗਿਆ ਹੋਵੇ। ਉਹਦੀ ਗੱਲ ਦਾ ਕੋਈ ਮੂੰਹ ਹੀ ਸਿਰ ਨਹੀਂ ਬਣਦਾ। ਸੰਸਾਰ ਨੂੰ ਕਲੀਅਰ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਕਿਸੇ ਤਰੀਕੇ ਨਾਲ ਇਹ ਅੰਦੋਲਨ ਫੇਲ ਹੋਵੇ, ਇਹ ਬਦਨਾਮ ਹੋਵੇ, ਜਿਸ ਕਰਕੇ ਲਗਾਤਾਰ ਇਸ ਤਰ੍ਹਾਂ ਦੀਆਂ ਸ਼ੁਰਲੀਆਂ ਜਿਹੜੀਆਂ ਨੇ ਉਹ ਛੱਡਦੇ ਰਹਿੰਦੇ ਆ। ਜਿਹੜੇ ਸਾਡੇ ਮੋਰਚਿਆਂ ਤੇ ਹਮਲਾ ਕਰਦੇ ਰਹੇ, ਜਿਨ੍ਹਾਂ ਨੇ ਸਾਡੇ ਤੇ ਪਰਚੇ ਦਰਜ ਕੀਤੇ, ਇੰਨਾ ਕੁਛ ਕੀਤਾ, ਉਹਨਾਂ ਤੋਂ ਸਰੋਪਾ ਲੈਣ ਵਾਲਿਆਂ ਨੂੰ ਕੀ ਕਵਾਂਗੇ ਬਈ? ਇਸ ਘਟਨਾ ਨੇ ਇੱਕ ਵਾਰ ਫੇਰ ਸਿੱਖੀ ਦੇ ਨਾਮ ਤੇ, ਸਿੱਖੀ ਦੀਆਂ ਭਾਵਨਾਵਾਂ ਦੇ ਨਾਂ ਤੇ ਸਿੱਖਾਂ ਨੂੰ ਅਪਰਾਧੀ, ਕ੍ਰਿਮੀਨਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਦੁਨੀਆ ਲਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਸਿੰਘੂ ਬਾਰਡਰ ਦੇ ਉੱਤੇ ਇੱਕ ਘਟਨਾ ਵਾਪਰਦੀ ਹੈ। ਕਿਹਾ ਜਾਂਦਾ ਕਿ ਬੇਅਦਬੀ ਕਰਨ ਆਇਆ ਸੀ ਇੱਕ ਨੌਜਵਾਨ, ਉਸ ਦਾ ਕਤਲ ਕਰ ਦਿੱਤਾ ਜਾਂਦਾ। ਉੱਥੇ ਖਾਲਸਿਆਂ ਵੱਲੋਂ, ਨਿਹੰਗ ਸਿੰਘਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ। ਕਹਿ ਦਿੱਤਾ ਜਾਂਦਾ ਕਿ ਸਾਡੇ ਗ੍ਰੰਥ ਦੀ ਬੇਅਦਬੀ ਕਰਨਾ ਸੀ। ਤਾਂ ਗ੍ਰੰਥ 'ਤੇ ਵੀ ਕਈ ਚਰਚਾਵਾਂ ਹੁੰਦੀਆਂ। ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਰਚਾ ਆਉਂਦੀ ਹੈ, ਉਸ ਤੋਂ ਬਾਅਦ ਕਹਿ ਜਾਂਦਾ ਕਿ ਸਰਬਲੋ ਨਾਮ ਦੇ ਇੱਕ ਗ੍ਰੰਥ ਦੀ ਜਿਹੜੀ ਹੈ ਉਹ ਬੇਅਦਬੀ ਕਰਨਾ ਸੀ। ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਅਗਲੇ ਦਿਨ ਇੱਕ ਖਬਰ ਆਉਂਦੀ ਹੈ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ, ਫੋਟੋ ਆਉਂਦੀ ਹੈ। ਉਹੀ ਨਿਹੰਗ ਸਿੰਘ ਅਮਨਾ, ਜਿਨ੍ਹਾਂ ਦਾ ਨਾਂ ਅਮਨਾ ਸਿੰਘ ਆ, ਉਹਨਾਂ ਦੀ ਇੱਕ ਫੋਟੋ ਆਉਂਦੀ ਹੈ ਜਿਸ ਦੇ ਵਿੱਚ ਉਹ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਖੜੇ ਦਿਖਾਈ ਦਿੰਦੇ ਆ। ਉਹਨਾਂ ਦੇ ਨਾਲ ਪਿੰਕੀ ਕੈਟ ਵਰਗੇ ਕਈ ਹੋਰ ਚਿਹਰੇ, ਜਿਨ੍ਹਾਂ 'ਤੇ ਪੰਜਾਬ ਸ਼ੁਰੂ ਤੋਂ ਹੀ ਸ਼ੱਕ ਕਰਦਾ ਹੈ ਅਤੇ ਜਿਨ੍ਹਾਂ 'ਤੇ ਪੰਜਾਬ ਭਰੋਸਾ ਨਹੀਂ ਕਰਦਾ, ਉਹਨਾਂ ਦੇ ਨਾਲ ਖੜਿਆਂ ਸਰੋਪਾ ਪਵਾਉਂਦਿਆਂ ਦੀ ਫੋਟੋ ਜ਼ਾਹਰ ਹੁੰਦੀ ਹੈ। ਤਾਂ ਉਸ ਤੋਂ ਬਾਅਦ ਚਰਚਾਵਾਂ ਛਿੜ ਜਾਂਦੀਆਂ। ਮੀਡੀਆ ਦੇ ਵਿੱਚ ਵੀ ਚਰਚਾ ਆਉਂਦੀ ਹੈ ਕਿ ਇਹ ਵਾਪਰਿਆ ਕੀ, ਜਿਹੜਾ ਕਿਹਾ ਜਾ ਰਿਹਾ ਸੀ ਕਿ ਕਤਲ ਕੀਤਾ ਗਿਆ ਬੇਅਦਬੀ ਲਈ, ਕੀ ਬੇਅਦਬੀ ਲਈ ਜਾਂ ਕੁਝ ਹੋਰ ਹੈ, ਕਾਰਨ ਹੈ, ਜਾਂ ਕੋਈ ਮੋਰਚੇ ਦੇ ਵਿੱਚ ਖਲਲ ਪਾਉਣ ਦੀ ਕੋਈ ਅਗਲੀ ਸਾਜ਼ਿਸ਼ ਹੈ। ਇਸ ਵਿਸ਼ੇ 'ਤੇ ਚਰਚਾ ਕਰਾਂਗੇ। ਸਾਡੇ ਨਾਲ ਕਿਸਾਨ ਆਗੂ ਰਜਿੰਦਰ ਦੀਪ ਸਿੰਘ ਵਾਲਾ ਨੇ। ਦੀਪ ਸਿੰਘ ਵਾਲਾ ਜੀ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਕਿਵੇਂ ਦੇਖਦੇ ਹੋ ਜਿਹੜੀ ਕੱਲ੍ਹ ਫੋਟੋ ਸਾਹਮਣੇ ਆਈ ਹੈ, ਖਬਰ ਲੱਗੀ ਹੈ ਕਿ ਜੋ ਅਮਨਾ ਸਿੰਘ, ਜੋ ਨਿਹੰਗ ਸਿੰਘ ਨੇ, ਉਹਨਾਂ ਦੀ ਫੋਟੋ ਨਰਿੰਦਰ ਤੋਮਰ, ਪਿੰਕੀ ਕੈਟ, ਕੁਝ ਅਜਿਹੇ ਚਿਹਰਿਆਂ ਨਾਲ ਸਾਹਮਣੇ ਆਉਂਦੀ ਹੈ ਜਿਨ੍ਹਾਂ 'ਤੇ ਲਗਾਤਾਰ, ਜਿਨ੍ਹਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਅਤੇ ਲੜਾਈ ਹੈ? ਦੇਖੋ, ਇਸ ਮੋਰਚੇ ਦੇ ਖਿਲਾਫ ਜਿਨ੍ਹਾਂ ਵੀ ਲੋਕਾਂ ਨੇ ਸਾਜ਼ਿਸ਼ ਕੀਤੀ, ਉਹਨਾਂ ਸਾਰਿਆਂ ਦਾ ਕਨੈਕਸ਼ਨ ਬੀਜੇਪੀ ਨਾਲ ਨਿਕਲਿਆ। ਭਾਵੇਂ ਉਹ 25 ਜਨਵਰੀ ਦੀ ਰਾਤ ਨੂੰ ਸਟੇਜ 'ਤੇ ਕਬਜ਼ਾ ਕਰਨ ਵਾਲੇ ਲੋਕ ਸੀਗੇ, 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਰੂਟ ਦੇ ਉਲਟ ਜਾਣ ਵਾਲੇ ਲੋਕ ਸੀਗੇ, ਅਤੇ ਜਾਂ ਹੁਣ ਇਹ ਜਿਹੜੇ ਲੋਕਾਂ ਨੇ ਉੱਥੇ ਇੱਕ ਮਤਲਬ ਗਰੀਬ ਦਾ ਕਤਲ ਕੀਤਾ ਬੇਅਦਬੀ ਦੇ ਨਾਮ 'ਤੇ, ਉਹਨਾਂ ਦਾ ਕਨੈਕਸ਼ਨ ਵੀ ਜਿਹੜਾ ਬੀਜੇਪੀ ਦੇ ਨਾਲ ਜਿਹੜਾ ਨਿਕਲਿਆ। ਵੀ ਅੰਦਰ ਖਾਤੇ ਮੀਟਿੰਗਾਂ ਕਰਦੇ ਰਹੇ। ਜਦੋਂ ਬੀਜੇਪੀ ਦਾ ਸਾਰੇ ਦੇਸ਼ 'ਚ ਬਾਈਕਾਟ ਆ ਅਤੇ ਉਹ ਸਰੋਪੇ ਲੈ ਰਹੇ ਆ। ਸਰੋਪੇ ਕਹਿੰਦੇ ਤਾਂ ਲੈ ਰਹੇ ਆ, ਜਿਹੜਾ ਕਹਿੰਦਾ ਤੈਨੂੰ 10 ਲੱਖ ਰੁਪਏ 'ਚ ਖਰੀਦਣਾ। ਜਿਹੜਾ ਬੰਦਾ ਖਰੀਦਣਾ ਚਾਹੁੰਦਾ ਹੋਵੇ ਉਹਨੂੰ ਮਤਲਬ ਧੱਕਾ ਮਾਰਨ ਦੀ ਬਜਾਏ ਜਾਂ ਉਹਨੂੰ ਲੱਤ ਮਾਰਨ ਦੀ ਬਜਾਏ ਜਾਂ ਆ ਕੇ ਦੱਸਣ ਦੀ ਬਜਾਏ ਵੀ ਸਾਨੂੰ ਇਹ ਖਰੀਦਣਾ ਚਾਹੁੰਦੇ ਸੀਗੇ, ਉਹਦੇ 'ਤੇ ਸਰੋਪਾ ਲੈ ਰਹੇ ਹੈਗੇ ਆ। ਤਾਂ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਸਾਫ਼ ਹੋ ਗਈਆਂ। ਔਰ ਜਿਹੜੀ ਇੱਕ ਧੂੜ ਮਤਲਬ ਗਰਦ ਖੜੀ ਹੋਈ ਸੀਗੀ, ਸਾਰੀ ਇਸ ਗੱਲ ਨੇ ਜਿਹੜੀ ਆ ਬਿਠਾਤੀ ਆ, ਉਹ ਸਾਫ਼ ਕਰਕੇ ਰੱਖਤੀ ਹੈਗੀ ਆ। ਜਦੋਂ ਕਤਲ ਹੋਇਆ ਤੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਨਾ ਤਾਂ ਅਸੀਂ ਕਤਲ ਕਰਨ ਵਾਲਿਆਂ ਦੇ ਨਾਲ ਆ, ਨਾ ਅਸੀਂ ਬੇਅਦਬੀ ਕਰਨ ਵਾਲਿਆਂ ਦੇ ਨਾਲ, ਉਦੋਂ ਵੀ ਚਰਚਾ ਛਿੜੀ। ਦੇਖੋ ਜੀ, ਇਹ ਇੱਕ ਸ਼ਬਦ ਵਰਤਿਆ ਜਾ ਰਿਹਾ ਵਾਰ-ਵਾਰ ਕਿ ਕਾਮਰੇਡ ਫਿਰ ਭੱਜ ਗਏ ਜੀ। ਗੁਰੂ ਦੀ ਬੇਅਦਬੀ ਹੁੰਦੀ ਸੀ, ਕਾਮਰੇਡ ਨਾਲ ਨਹੀਂ ਖੜੇ, ਸਿੰਘਾਂ ਨੇ ਬਦਲਾ ਲਿਆ। ਦੇਖੋ, ਜਿਹੜਾ ਬਰਗਾੜੀ ਮੋਰਚਾ ਲਾਇਆ ਉਹ ਕਾਮਰੇਡਾਂ ਨੇ ਨਹੀਂ ਲਾਇਆ ਸੀਗਾ।
ਜਿਨ੍ਹਾਂ ਨੇ ਬਰਗਾੜੀ ਮੋਰਚਾ ਲਾਇਆ ਔਰ ਪੂਰੇ ਪੰਜਾਬ ਦੇ ਲੋਕ, ਦੇਸ਼ ਦੇ ਲੋਕ, ਸਾਰਾ ਭਾਈਚਾਰਾ, ਸਾਰੇ ਇਕੱਲੇ ਸਿੱਖ ਨਹੀਂ, ਹਿੰਦੂ ਮੁਸਲਮਾਨ ਸਾਰੇ ਤਰ੍ਹਾਂ ਦੇ ਲੋਕਾਂ ਨੇ ਬਰਗਾੜੀ ਜਦੋਂ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਵੀ ਇਨਸਾਫ ਲੈਣ ਦੇ ਵਾਸਤੇ ਲੱਖਾਂ ਦੀ ਗਿਣਤੀ 'ਚ ਲੋਕ ਗਏ ਅਤੇ ਉਹ ਉਦੋਂ ਕਿੰਨੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ? ਕੌਣ ਅਗਵਾਈ ਕਰ ਰਹੇ ਸੀਗੇ? ਸਵਾਲ ਤਾਂ ਇਹ ਬਣਦਾ ਨਾ। ਅਸੀਂ ਤਾਂ ਵਾਰ-ਵਾਰ ਇਹ ਕਹਿ ਰਹੇ ਹੈਗੇ ਆ ਕਿ ਜਿਹੜੀ ਉਹ ਬੇਅਦਬੀ ਵਾਲੀ ਗੱਲ ਕਹਿੰਦੇ ਆ ਉਹਦਾ ਕੋਈ ਸਬੂਤ ਨਹੀਂ ਹੈ, ਬਾਕੀ ਉਹਦੀ ਜਾਂਚ ਹੋਣੀ ਚਾਹੀਦੀ ਹੈਗੀ ਆ। ਕਿਵੇਂ ਕਹਿ ਦਈਏ ਕਿ ਤੁਸੀਂ ਬੰਦੇ ਨੂੰ ਵੱਢਤਾ ਤੇ ਚੰਗਾ ਕੀਤਾ? ਜੇ ਅਸੀਂ ਕਹਿ ਦਈਏ ਕਿ ਬੰਦਾ ਵੱਢਤਾ ਚੰਗਾ ਕੀਤਾ, ਫਿਰ ਤਾਂ ਗਊ ਰੱਖਿਆ ਦੇ ਨਾਂ ਤੇ ਜੋ ਕੁਛ ਇਸ ਮੁਲਕ ਦੇ ਵਿੱਚ ਕਤਲੇਆਮ ਹੁੰਦਾ ਫਿਰ ਤਾਂ ਅਸੀਂ ਉਹ ਵੀ ਠੀਕ ਕਵਾਂਗੇ। ਇਸ ਕਰਕੇ ਅਸੀਂ ਬਿਨਾਂ ਕਿਸੇ ਸਬੂਤ ਦੇ ਕਿਸੇ ਨੂੰ ਵੱਢ ਦੇਣਾ, ਜਿਹੜਾ ਦੋਸ਼ ਲਾਉਣ ਵਾਲਾ ਹੋਵੇ ਉਹੀ ਜੱਜ ਹੋਵੇ, ਇਸ ਤਰ੍ਹਾਂ ਦੇ ਨਿਆਂ ਸ਼ਾਸਤਰ 'ਚ ਅਸੀਂ ਜਿਹੜਾ ਯਕੀਨ ਹੈਗੇ ਉਹ ਨਹੀਂ ਕਰਦੇਗੇ। ਜਿਹੜੇ ਕਰਦੇ ਹੁਣ ਉਹ ਕਰੀ ਜਾਣ, ਅਤੇ ਅੱਜ ਉਹਦਾ ਸਿੱਟਾ ਵੀ ਜਿਹੜਾ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਆ ਚੁੱਕਾ। ਹੁਣ ਤੁਸੀਂ ਜਿਹੜੇ ਬੰਦੇ ਆਪਣੇ ਆਪ ਨੂੰ ਐਂ ਕਹਿੰਦੇ ਸੀ ਵੀ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਰੋਕੀ ਆ, ਉਹ ਜਿਹੜਾ ਅਮਨਾ ਨਿਹੰਗ ਆ ਜਿਹਦੀ ਗੱਲ ਤੁਸੀਂ ਸੁਣ ਰਹੇ ਸੀ ਕੱਲ੍ਹ, ਉਹ ਇੱਦਾਂ ਲੱਗਦਾ ਜਿਵੇਂ ਇੱਕ ਦੂਸਰਾ ਨੀਟੂ ਸ਼ਟਰਾਂ ਵਾਲਾ ਆ ਗਿਆ ਹੋਵੇ। ਉਹਦੀ ਗੱਲ ਦਾ ਕੋਈ ਮੂੰਹ ਹੀ ਸਿਰ ਨਹੀਂ ਬਣਦਾ, ਸੰਸਾਰ ਨੂੰ ਕਲੀਅਰ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਕੀ ਉਹਦੀ ਗੱਲ 'ਚੋਂ ਕੋਈ ਬੌਧਿਕਤਾ ਹੈ ਨਾ ਕੁਛ ਝਲਕਦਾ ਹੈਗਾ? ਕੋਈ ਦੱਸ ਪਾਉਂਦਾ ਵੀ ਕੀ ਮਸਲਾ ਸੀ ਅਤੇ ਕੀ ਕੀਤਾ ਅਸੀਂ? ਕੀ ਉਹ ਸਬੂਤ ਦੇ ਪਾਉਂਦੇ ਆ? ਜਿਹੜਾ ਕਹਿੰਦੇ 30,000 ਰੁਪਈਆ ਦਿੱਤਾ, ਕੀ 30,000 ਰੁਪਈਆ ਉਹਦੇ ਤੋਂ ਬਰਾਮਦ ਹੋਇਆ? ਫਿਰ ਜਿਹੜਾ ਉਹ ਕਹਿੰਦੇ ਆ ਕਿ ਉਹਨਾਂ ਨੇ ਤਾਂ ਹੋਰ ਬੰਦੇ ਆਏ ਸੀਗੇ, ਇਹਦੇ ਪਿੱਛੇ ਉਹਦੀ ਭੈਣ ਵੀ ਕਹਿ ਰਹੀ ਕਿ ਸੰਧੂ ਦਾ ਨਾਮ ਦਾ ਬੰਦੇ ਦਾ ਫੋਨ ਆਉਂਦਾ ਸੀ। ਕੀ ਉਹ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਕਿ ਜਿਹੜੇ ਇਹਦੇ ਪਿੱਛੇ ਸਾਜ਼ਿਸ਼ਕਰਤਾ ਲੋਕ ਨੇ ਵੀ ਉਹਨਾਂ ਨੂੰ ਫੜਿਆ ਜਾਵੇ, ਉਹਨਾਂ ਨੂੰ ਬੇਪਰਦ ਕੀਤਾ ਜਾਵੇ? ਉਹਨਾਂ ਨੇ ਤਾਂ ਕਤਲ ਕਰਕੇ ਖੁਦ ਸਬੂਤ ਖਤਮ ਕਰਤੇ, ਉਹਨਾਂ ਨੇ ਤਾਂ ਖੁਦ ਜਿਹੜੇ ਸਬੂਤ ਖਤਮ ਕੀਤੇ ਆ। ਇਸ ਕਰਕੇ ਇਹ ਉਹਨਾਂ ਨੇ ਕਤਲ ਕਰਕੇ ਖੁਦ ਇਹ ਕਹਿਤਾ ਕਿ ਯਾਰ ਅਸੀਂ ਬੇਅਦਬੀ ਵਾਲੀ ਗੱਲ ਨਹੀਂ ਸਾਹਮਣੇ ਆਉਣ ਦੇਣੀ ਗੀ, ਬੇਅਦਬੀ ਵਾਲੀ ਗੱਲ ਇਹਦੇ ਰਾਹੀਂ ਸਾਹਮਣੇ ਆ ਸਕਦੀ ਸੀ, ਇਸ ਕਰਕੇ ਅਸੀਂ ਇਹਨੂੰ ਵੱਢ ਕੇ ਖੁਦ ਹੀ ਬੇਅਦਬੀ ਦੇ ਜਿਹੜੇ ਸਬੂਤ ਆ ਖਤਮ ਕਰਤੇ। ਇਸ ਕਰਕੇ ਬੇਅਦਬੀ ਦੇ ਸਬੂਤ ਜਿਨ੍ਹਾਂ ਨੇ ਖਤਮ ਕੀਤੇ, ਜਿਹੜੇ ਖੁਦ ਨਹੀਂ ਚਾਹੁੰਦੇ ਸੀ ਕਿ ਬੇਅਦਬੀ ਵਾਲੀ ਗੱਲ ਸਾਹਮਣੇ ਆਵੇ, ਉਹ ਹੁਣ ਦੂਜਿਆਂ ਨੂੰ ਦੋਸ਼ ਲਾਈ ਜਾਣ ਤਾਂ ਉਹਨਾਂ ਦੀ ਅਕਲ 'ਤੇ ਤਾਂ ਹੱਸੇ ਹੀ ਜਾ ਸਕਦਾ। ਸ਼ੁਰੂ ਤੋਂ ਹੀ ਜਦੋਂ ਤੋਂ ਮੋਰਚਾ ਚੱਲਿਆ ਉਦੋਂ ਰਾਜੇਵਾਲ ਦੀ ਇੱਕ ਸਪੀਚ ਆਈ ਸੀ ਜਿਸ 'ਤੇ ਚਰਚਾ ਬੜੀ ਛਿੜੀ ਸੀ ਕਿ ਇਹ ਉਹੀ ਗੱਲ ਫੇਰ ਆ ਜਾਂਦੀ ਕਾਮਰੇਡਾਂ ਦੀ, ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਗੁਰੂ ਦੀਆਂ ਫੌਜਾਂ ਜਿਹੜੀਆਂ ਅੱਗੇ ਬੈਠੇ ਆ, ਨਿਹੰਗ ਸਿੰਘ ਬੈਠੇ, ਪਿੱਛੇ ਚਲੇ ਜਾਣ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਕੱਲ੍ਹ ਨੂੰ ਬਾਰਡਰ ਦੇ ਉੱਤੇ ਕੁਛ ਹੁੰਦਾ ਤਾਂ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੋਵੇਗਾ। ਉਦੋਂ ਬੜੀ ਚਰਚਾ ਛਿੜੀ ਸੀ, ਹੁਣ ਉਹੀ ਗੱਲ ਫੇਰ ਸਾਹਮਣੇ ਆ ਚੁੱਕੀ ਹੈ। ਦੇਖੋ, ਬਹੁਤ ਸਾਰੀਆਂ ਗੱਲਾਂ ਸੰਯੁਕਤ ਕਿਸਾਨ ਮੋਰਚੇ ਨੇ ਜੋ ਪੋਜੀਸ਼ਨਾਂ ਲਈਆਂ ਉਹ ਬਿਲਕੁਲ ਸਹੀ ਸਾਬਤ ਹੋਈਆਂ। ਪਹਿਲਾਂ ਪੋਜੀਸ਼ਨਾਂ ਲਈਆਂ ਉਹ ਵੀ ਸਹੀ ਸਾਬਤ ਹੋਈਆਂ। ਬਹੁਤ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਨੇ ਗੱਲਾਂ ਕਹੀਆਂ, ਬਹੁਤ ਸਾਰੇ ਲੋਕਾਂ ਨੂੰ ਉਦੋਂ ਹਜ਼ਮ ਨਹੀਂ ਆਈਆਂ, ਪਰ ਉਹ ਵੀ ਜਿਹੜੀਆਂ ਸਹੀ ਸਾਬਤ ਹੋਈਆਂ। ਹੁਣ ਇੱਕ ਹੋਰ ਨੈਰੇਟਿਵ ਬਣਾਇਆ ਜਾ ਰਿਹਾ ਆਖੇ ਵੀ ਕੇਂਦਰ ਸਰਕਾਰ ਨੇ ਇਹ ਜਾਣਬੁੱਝ ਕੇ ਫੋਟੋ ਲੀਕ ਕੀਤੀ ਆ ਤਾਂ ਕਿ ਉੱਥੋਂ ਵੀ ਨਿਹੰਗਾਂ ਨੂੰ ਉਠਾਇਆ ਜਾ ਸਕੇ ਅਤੇ ਮੋਰਚੇ 'ਤੇ ਹਮਲਾ ਕੀਤਾ ਜਾ ਸਕੇ। ਮੈਂ ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਸ਼ ਇਹ ਗੱਲ ਬਣਾ ਰਹੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਟਿੱਕਰੀ ਮੋਰਚਾ 22 ਕਿਲੋਮੀਟਰ ਲੰਬਾ, ਉੱਥੇ ਤਾਂ ਨਿਹੰਗ ਬੈਠੇ ਨਹੀਂ, ਉਹ ਮੋਰਚਾ ਨਾਲ ਠਾਤਾ ਇਹਨਾਂ ਨੇ। ਜਿਹੜਾ ਗਾਜੀਪੁਰ ਮੋਰਚਾ ਹੈਗਾ, ਜਿਹੜਾ ਜਿੱਥੇ ਉਹਨੂੰ ਉਠਾਉਣਾ ਚਾਹੁੰਦੇ ਸੀ, ਅਤੇ ਉਹ ਮੋਰਚਾ ਕਿਵੇਂ ਰੁਕਿਆ ਸੀਗਾ? ਗਾਜੀਪੁਰ ਕਿਹੜੇ ਨਿਹੰਗ ਉੱਥੇ ਬੈਠੇ ਹੈਗੇ ਜਿਨ੍ਹਾਂ ਨੇ ਵੀ ਉਹ ਮੋਰਚਾ ਰੁਕਿਆ ਹੋਇਆ? ਸ਼ਾਹਜਹਾਂਪੁਰ ਕਿੰਨੇ ਮੋਰਚੇ ਆ ਪੰਜਾਬ 'ਚ, ਕਿੰਨੇ ਟੋਲ ਪਲਾਜੇ, ਕਿੰਨੇ ਮਾਲਸ, ਕਿੰਨੇ ਪੱਕੇ ਧਰਨੇ ਲੱਗੇ ਹੋਏ ਹੈਗੇ ਆ। ਕੀ ਉਹ ਸਾਰੇ ਨਿਹੰਗਾਂ ਕਰਕੇ ਚੱਲੀ ਜਾਂਦੇ ਹੈਗੇ ਆ? ਮਤਲਬ ਕਿ ਲੋਕਾਂ ਨੂੰ ਉਂਝ ਹੀ ਫੇਸਬੁੱਕ 'ਤੇ ਮੂਰਖ ਬਣਾਉਣ ਵਾਲਾ ਟੋਲਾ ਜਿਹੜਾ ਲਗਾਤਾਰ, ਕਿਉਂਕਿ ਬਹੁਤ ਸਾਰੇ ਸਿਆਣੇ ਲੋਕ ਫੇਸਬੁੱਕ 'ਤੇ ਇਸ ਕਰਕੇ ਕਮੈਂਟ ਨਹੀਂ ਕਰਦੇ ਵੀ ਅੱਗੋਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਗੇ, ਠੀਕ ਆ? ਇਸ ਕਰਕੇ ਉਹ ਇਸ ਤਰ੍ਹਾਂ ਦੀਆਂ ਕੋਈ ਨਾ ਕੋਈ ਜਿਹੜੀਆਂ ਛੁਰਲੀਆਂ ਹੈਗੀਆਂ ਨੇ ਉਹ ਛੱਡੀ ਜਾਂਦੇ ਨੇ। ਅੱਜ ਤੱਕ ਕਿਸਾਨ ਅੰਦੋਲਨਾਂ ਦਾ ਸਾਰਾ ਇਤਿਹਾਸ ਫਰੋਲ ਲਓ, ਇੱਕ ਅੰਦੋਲਨ ਸਾਬਤ ਕਰ ਦਿਓ ਜਿੰਦੇ 'ਚ ਨਿਹੰਗਾਂ ਦਾ ਕੋਈ ਰੋਲ ਰਿਹਾ ਹੋਵੇ। ਠੀਕ ਹੈ। ਅਤੇ ਇਹਦੇ 'ਚ ਕੀ ਰੋਲ ਰਿਹਾ? ਵੱਧ ਤੋਂ ਵੱਧ ਲੋਕਾਂ ਦੇ ਹੱਥ ਵੱਢਣ ਦਾ, ਕਿਸੇ ਦੇ ਪੱਠੇ ਵੱਢਣ ਦਾ, ਕਿਸੇ ਦਾ ਆਟੋ ਭੰਨਣ ਦਾ। ਇੱਕ ਬੀਬੀ ਨੂੰ ਦੇ ਘਰ ਗਏ JCB ਚਾਹੀਦੀ ਸੀਗੀ, ਠੀਕ ਆ? ਉਹ ਵਿਚਾਰੀ ਨੇ ਕੁਛ ਅੱਗੋਂ ਕਿਹਾ ਕਿ ਨਹੀਂ ਕਿਹਾ, ਉਹਨੂੰ ਕਹਿੰਦੇ ਅਸੀਂ ਤੇਂਦਰਾ ਸੋਧਤੀ ਸੀਗੀ। ਉਹ ਭਰਾਵਾ ਤੂੰ ਲੈਣ ਉਦੋਂ JCB ਗਏ ਆ, ਤੁਸੀਂ ਕੋਈ ਰਿਕੁਐਸਟ ਕਰੋ, ਠੀਕ ਆ? ਕਿਸੇ ਦੇ ਉੱਥੋਂ ਕੁੰਡੀ ਲਾ ਲਈ, 70,000 ਰੁਪਈਆ ਬਿੱਲ ਆ ਗਿਆ, ਉਹ ਸੰਯੁਕਤ ਕਿਸਾਨ ਮੋਰਚੇ ਨੇ ਭਰਿਆ। ਹਰਿਆਣੇ ਦੇ ਕਿਸੇ ਬੰਦਾ ਹੱਥ ਵੱਢਤਾ, 4.5 ਲੱਖ ਰੁਪਈਆ ਸੰਯੁਕਤ ਕਿਸਾਨ ਮੋਰਚੇ ਨੇ ਉੱਤੇ ਲਾਇਆ। ਇਹ ਤਾਂ ਲਗਾਤਾਰ ਉੱਥੇ ਜਿਹੜੀਆਂ ਮੁਸੀਬਤਾਂ ਦੀ ਜੜ ਬਣੇ ਹੋਏ ਆ ਮੋਰਚੇ ਵਾਸਤੇ। ਇਸ ਕਰਕੇ ਵੀ ਜੇ ਕਹਿੰਦੇ ਵੀ ਇਹ ਉੱਠ ਜਾਣਗੇ ਤਾਂ ਅਸਲ ਦੇ ਵਿੱਚ ਕੀ ਆ ਕਿ ਇਹ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੈਰੇਟਿਵ ਹੈਗੇ ਆ, ਇਹਦੇ ਪਿੱਛੇ ਇੱਕੋ ਮਤਲਬ ਆ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਗਾਲਾਂ ਕੱਢਣੀਆਂ, ਸੰਯੁਕਤ ਕਿਸਾਨ ਮੋਰਚੇ ਨੂੰ ਗਲਤ ਕਹਿਣਾ। ਉਹਨਾਂ ਦਾ
ਕਈਆਂ ਦਾ ਤਾਂ ਧਰਮ ਹੀ ਇਹ ਬਣ ਚੁੱਕਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਗਾਲਾਂ ਕੱਢਣੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਹੈਗਾ ਉਹ ਗਲਤ ਕਹਿਣਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਲੋਕ ਜਿਹੜੀਆਂ ਦੂਸਰੀਆਂ ਸਿਆਸੀ ਪਾਰਟੀਆਂ ਨਾਲ ਵੀ ਜੁੜੇ ਹੋਏ ਹੈਗੇ ਆ, ਕਿਸਾਨ ਅੰਦੋਲਨ ਦੀ ਚੜ੍ਹਤ ਕਰਕੇ ਉਹਨਾਂ ਦੀ ਪੁੱਛ ਪ੍ਰਤੀਤ ਘਟੀ ਆ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਕਿਸੇ ਤਰੀਕੇ ਨਾਲ ਇਹ ਅੰਦੋਲਨ ਫੇਲ ਹੋਵੇ, ਇਹ ਬਦਨਾਮ ਹੋਵੇ, ਜਿਸ ਕਰਕੇ ਲਗਾਤਾਰ ਇਸ ਤਰ੍ਹਾਂ ਦੀਆਂ ਸ਼ੁਰਲੀਆਂ ਜਿਹੜੀਆਂ ਨੇ ਉਹ ਛੱਡਦੇ ਰਹਿੰਦੇ ਆ। ਪਰ ਹਰ ਚੀਜ਼ ਸਮਾਂ ਆਉਣ 'ਤੇ ਜਿਹੜੀ ਆ ਬੇਪਰਦ ਹੋਈ ਆ, ਅਤੇ ਸੱਚ ਜਿਹੜਾ ਹੈਗਾ ਉਹ ਸੂਰਜ ਵਾਂਗੂ ਚੜ੍ਹ ਕੇ ਸਾਰਿਆਂ ਦੇ ਸਾਹਮਣੇ ਹਮੇਸ਼ਾ ਆਉਂਦਾ ਰਿਹਾ ਅਤੇ ਅੱਗੇ ਵੀ ਆਉਂਦਾ ਰਹੇਗਾ। ਉਹਨਾਂ ਵੱਲੋਂ ਇੱਕ ਗੱਲ ਚੱਲ ਰਹੀ ਹੈ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬੜੀ ਚੱਲ ਰਹੀ ਹੈ, ਉਹ ਕਹਿੰਦੇ ਕਿਹਾ ਜਾ ਰਿਹਾ ਕਿ ਫੋਟੋ ਤਾਂ ਕਿਸੇ ਦੀ ਵੀ ਆ ਸਕਦੀ ਹੈ, ਫੋਟੋਆਂ ਤਾਂ ਕਿਸਾਨ ਆਗੂਆਂ ਦੀਆਂ ਵੀ ਬਹੁਤ ਆ ਲੀਡਰਾਂ ਦੇ ਨਾਲ, ਤੇ ਫੋਟੋ ਨਾਲ ਕਹਿੰਦੇ ਇਹ ਤਾਂ ਨਹੀਂ ਬੰਦਾ ਉਹਨਾਂ ਨਾਲ ਰਲਿਆ ਹੋ ਸਕਦਾ। ਜਿਹੜੀ ਬੀਜੇਪੀ ਦੇ ਕਰਕੇ 650 ਕਿਸਾਨ, ਜੇ ਆਪਾਂ ਉਹ ਜੁਲਾਈ ਦੀ ਗੱਲ ਕਹਿੰਦਾ, ਜਿਹੜਾ ਪਿੰਕੀ ਆ ਉਹ ਅਗਸਤ ਦੀ ਗੱਲ ਕਹਿੰਦਾ, ਜੇ ਜੁਲਾਈ ਅਗਸਤ ਦੀ ਗੱਲ ਕਰੀਏ ਤਾਂ ਹਾਂ 450 ਦੇ ਕਰੀਬ ਕਿਸਾਨ ਦੋ ਸ਼ਹੀਦ ਹੋ ਚੁੱਕੇ ਸੀਗੇ, ਜਿਨ੍ਹਾਂ ਦੇ ਕਰਕੇ 450 ਕਿਸਾਨ ਸ਼ਹੀਦ ਹੋਇਆ। ਜਿਹੜੇ ਸਾਡੇ ਮੋਰਚਿਆਂ ਤੇ ਹਮਲਾ ਕਰਦੇ ਰਹੇ, ਜਿਨ੍ਹਾਂ ਨੇ ਸਾਡੇ ਤੇ ਪਰਚੇ ਦਰਜ ਕੀਤੇ, ਇੰਨਾ ਕੁਛ ਕੀਤਾ, ਉਹਨਾਂ ਤੋਂ ਸਰੋਪਾ ਲੈਣ ਵਾਲਿਆਂ ਨੂੰ ਕੀ ਕਵਾਂਗੇ ਬਈ? ਉਹਨਾਂ ਤੋਂ ਲੱਖ ਰੁਪਈਆ ਲੈਣ ਵਾਲੇ ਨੂੰ ਕੀ ਕਵਾਂਗੇ? ਸ਼ਬਦ ਤੁਸੀਂ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਉਹ ਸ਼ਬਦ ਖੁਦ ਹੀ ਘੱਟ ਲੈਣ, ਉਹ ਸੂਰਮਾ ਕਹਿ ਲੈਣ, ਯੋਧਾ ਕਹਿ ਲੈਣ, ਜਿਹੜਾ ਸ਼ਬਦ ਚੰਗਾ ਲੱਗਦਾ ਵੀ 450 ਲੋਕਾਂ ਦੇ ਕਤਲ ਕਰਨ ਵਾਲੇ ਤੋਂ ਸਰੋਪਾ ਲੈਣ ਵਾਲੇ ਨੂੰ ਜੇ ਉਹ ਸੂਰਮਾ ਕਹਿਣਾ ਚਾਹੁੰਦੇ ਸੂਰਮਾ ਕਹਿ ਲੈਣ, ਜੋ ਕਹਿਣਾ ਚਾਹੁਣ ਕਹਿ ਲੈਣ। ਮਤਲਬ ਕੁੱਲ ਜਿਹੜੀ ਗੱਲ ਹੈ ਜੇ ਐਂਡ ਤੇ ਅੰਤ ਕਰਨਾ ਹੋਵੇ ਇਹਦਾ ਗੱਲ ਦਾ, ਹੁਣ ਕੀ ਲੱਗ ਰਿਹਾ ਅੱਗੇ ਕੀ ਬਣੇਗਾ, ਅੱਗੇ ਕੀ ਹਾਲਾਤ ਹੋਣਗੇ? ਹੁਣ ਵਿੱਚ ਕਿਹਾ ਜਾ ਰਿਹਾ ਕਿ ਜੀ ਇਹ ਤਾਂ ਬੀਜੇਪੀ ਕਿਸਾਨਾਂ ਨੂੰ ਤੇ ਸਿੱਖਾਂ ਨੂੰ ਆਪਸ 'ਚ ਲੜਾ ਰਹੀ ਹੈ, ਇਹ ਤਾਂ ਜੀ ਮਾਹੌਲ ਸਿਰਜ ਰਹੀ ਹੈ। ਜਿਵੇਂ ਤੁਸੀਂ ਕਿਹਾ ਕਿ ਫੋਟੋ ਉਹਨਾਂ ਨੇ ਲੀਕ ਕੀਤੀ ਹੈ, ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਪਹਿਲਾਂ ਇਹ ਚੀਜ਼ ਪੇਸ਼ ਕਰਤੀ, ਹੁਣ ਇਹ ਚੀਜ਼ ਉਹ ਆਪਸ 'ਚ ਹੀ ਲੜਾ ਰਹੇ ਆ, ਕੀ ਇਹ ਸਹੀ ਹੈ? ਨਹੀਂ, ਦੇਖੋ ਬੀਜੇਪੀ ਤਾਂ ਲਗਾਤਾਰ ਸਾਜ਼ਿਸ਼ਾਂ ਜਿਹੜੀ ਉਹ ਕਰ ਹੀ ਰਹੀ ਹੈਗੀ, ਔਰ ਉਹ ਸਾਜ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ, ਉਹ ਸਾਜ਼ਿਸ਼ਾਂ ਸਿੱਖੀ ਦੀਆਂ ਭਾਵਨਾਵਾਂ ਦੇ ਨਾਮ ਤੇ ਹੀ ਕੀਤੀਆਂ ਜਾ ਰਹੀਆਂ। ਪਹਿਲਾਂ ਸਾਡੇ ਕੇਸਰੀ ਨਿਸ਼ਾਨ ਨੂੰ ਵਰਤ ਕੇ ਸਾਨੂੰ ਜਿਹੜਾ ਹੈ ਉਹ ਦੂਸਰੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹਦਾ ਨਤੀਜਾ ਕੀ ਹੋਇਆ ਕਿ ਜਿਹੜੇ ਸੂਬਿਆਂ 'ਚੋਂ ਇਹ ਆਉਂਦਾ ਸੀਗਾ ਕਿ ਬਈ ਇੱਥੇ ਜਿਹੜਾ ਕਿਸਾਨ ਆਗੂ ਆਵੇ ਪੰਜਾਬ ਤੋਂ ਆਵੇ ਤੇ ਪਰ ਸਰਦਾਰ ਹੋਵੇ। ਮੈਂ ਤੁਹਾਨੂੰ ਦੱਸਾਂ ਕਿ ਇਕੱਲੀ ਜਨਵਰੀ ਦੇ ਵਿੱਚ ਹੀ ਉੜੀਸਾ, ਤਾਮਿਲਨਾਡੂ ਤੇ ਝਾਰਖੰਡ 'ਚ ਅਸੀਂ ਆਪਣੇ ਰੁਝੇਵੇਂ ਕਰਕੇ ਨਹੀਂ ਜਾ ਸਕੇ। ਕਿਉਂ ਬੁਲਾਉਂਦੇ ਸੀ ਦੂਜੇ ਸੂਬਿਆਂ ਵਾਲੇ ਕਿ ਪੰਜਾਬ ਤੋਂ ਕਿਸਾਨ ਆਗੂ ਹੋਵੇ ਤੇ ਸਰਦਾਰ ਹੋਵੇ? ਕਿਉਂਕਿ ਇਹਨਾਂ ਨੇ ਪੂਰੇ ਦੇਸ਼ ਨੂੰ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੀਗਾ ਉਹ ਜਗਾਇਆ। ਇਸ ਚੀਜ਼ ਨੂੰ ਨੁਕਸਾਨ ਹੋਇਆ 26 ਜਨਵਰੀ ਦੀ ਘਟਨਾ ਤੋਂ ਬਾਅਦ। ਪੂਰੀ ਦੁਨੀਆ ਦਾ ਪੰਜਾਬੀ ਤੇ ਸਿੱਖ ਭਾਈਚਾਰਾ ਇਸ ਮੂਵਮੈਂਟ ਦੇ ਨਾਲ ਖੜਾ, ਤਨ ਮਨ ਧਨ ਦੇ ਨਾਲ ਮਦਦ ਕੀਤੀ ਕਿ ਇਹ ਮੋਰਚਾ ਜਿਹੜਾ ਜਿੱਤਿਆ ਜਾਵੇ। ਸਿੱਖਾਂ ਦਾ, ਸਰਦਾਰਾਂ ਦਾ ਕਿਰਦਾਰ ਬਹੁਤ ਮਤਲਬ ਸਿਖਰ ਤੇ ਗਿਆ, ਪਹਿਲਾਂ ਵੀ ਸਾਡੇ ਇਤਿਹਾਸ ਕਰਕੇ ਸਿਖਰ ਤੇ ਸੀ, ਹੋਰ ਸਿਖਰ ਤੇ ਗਿਆ ਕਿ ਬਈ ਇਹਨਾਂ ਨੇ ਹਰ ਲੋੜਵੰਦ ਲਈ ਲੰਗਰ ਲਾਉਂਦੇ ਆ, ਕਿਤੇ ਦਵਾਈਆਂ ਦਾ ਲੰਗਰ, ਕਿਤੇ ਰਾਸ਼ਨ ਦਾ ਲੰਗਰ, ਕਿਤੇ ਉਹ ਅਲੱਗ-ਅਲੱਗ ਬੇਘਰਿਆਂ ਨੂੰ ਮਤਲਬ ਜਿਹੜੇ ਹੈਗੇ ਲੋੜਵੰਦ ਉਹਨਾਂ ਨੂੰ ਘਰ ਪਾ ਕੇ ਦਿੰਦੇ, ਸਭ ਕੁਝ ਕਰਦੇ ਹੈਗੇ। ਠੀਕ ਹੈ ਵੀ ਇਹ ਬਹੁਤ ਨਰਮ ਦਿਲ ਨੇ। ਠੀਕ ਆ ਵੀ ਇਹ ਕਿਉਂਕਿ ਸਾਡੀ ਵਿਰਾਸਤ ਭਾਈ ਘਨੱਈਏ ਦੀ ਵਿਰਾਸਤ ਵਾਲੀ ਹੈਗੀ ਆ ਕਿ ਅਸੀਂ ਤਾਂ ਦੁਸ਼ਮਣ ਤੱਕ ਨੂੰ ਜਿਹੜਾ ਹੈਗਾ ਪਾਣੀ ਪਿਲਾਉਣੇ ਹੈਗੇ ਆ। ਪਰ ਇਸ ਘਟਨਾ ਨੇ ਇੱਕ ਵਾਰ ਫੇਰ ਸਿੱਖੀ ਦੇ ਨਾਮ ਤੇ, ਸਿੱਖੀ ਦੀਆਂ ਭਾਵਨਾਵਾਂ ਦੇ ਨਾਂ ਤੇ ਸਿੱਖਾਂ ਨੂੰ ਅਪਰਾਧੀ, ਕ੍ਰਿਮੀਨਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਦੁਨੀਆ ਦੇ ਜਿਹੜੇ ਹੈਗੀ ਆ ਉਹ ਸਾਹਮਣੇ। ਮੈਨੂੰ ਪਰਸੋਂ ਇੱਕ ਬੀਬੀ ਪੱਤਰਕਾਰ ਦਾ ਫੋਨ ਆਇਆ, ਉਹ ਕਹਿੰਦੀ ਮੈਂ ਤੇ ਮੇਰਾ ਬੇਟਾ ਕਾਰ 'ਚ ਜਾ ਰਹੇ ਸੀਗੇ ਤੇ ਕੋਲ ਦੀ ਇੱਕ ਨਿਹੰਗ ਸਿੰਘ ਗੁਜ਼ਰਿਆ ਸੀਗਾ, ਉਹ ਕਹਿੰਦੀ ਮੰਮਾ ਉਹ ਦੇਖੋ ਜਿਨ੍ਹਾਂ ਨੇ ਬੰਦਾ ਵੱਢਿਆ। ਮਤਲਬ ਕਿਸ ਤਰ੍ਹਾਂ ਦੀ ਇਮੇਜ ਤੁਸੀਂ ਜਿਹੜੀ ਹੈਗੀ ਆ ਉਹ ਬਣਾ ਕੇ ਜਿਹੜੀ ਹੈਗੀ ਆ ਉਹ ਰੱਖੀ, ਪੇਸ਼ ਕੀਤੀ ਹੈਗੀ ਆ। ਔਰ ਇਸ ਕਰਕੇ ਜਿਹੜੀਆਂ ਇਹ ਸਾਜ਼ਿਸ਼ਾਂ ਨੇ, ਜਿਹੜੀਆਂ ਲਗਾਤਾਰ ਮੋਰਚੇ ਨੂੰ ਢਾਹ ਲਾਉਣ ਦੀਆਂ ਹੋਈਆਂ ਨੇ, ਬੀਜੇਪੀ ਇੰਨੀ ਕੁ ਤਾਂ ਚਲਾਕ ਹੈਗੀ ਆ ਕਿ ਉਹ ਘੱਟ ਗਿਣਤੀਆਂ ਦੇ ਖਿਲਾਫ ਵੀ ਹੈ ਤੇ ਘੱਟ ਗਿਣਤੀਆਂ ਦੇ ਵਿੰਗ ਵੀ ਬਣਾਉਂਦੀ ਹੈਗੀ ਹੈ। ਇਸ ਕਰਕੇ ਉਹ ਧਾਰਮਿਕ ਭਾਵਨਾਵਾਂ ਦੇ ਨਾਮ ਤੇ ਹੀ ਸਾਡੀ ਜਿਹੜੀ ਹੱਕ ਸੱਚ ਦੀ ਲੜਾਈ ਆ ਉਹਨੂੰ ਉਹ ਖਰਾਬ ਕਰਨਾ ਚਾਹੁੰਦੀ ਹੈਗੀ ਆ। ਔਰ ਇੱਕ ਗੱਲ ਤਾਂ ਹੁਣ ਲੱਗ ਰਹੀ ਕਿ ਜਿਵੇਂ ਉਸ ਬੰਦੇ ਨੂੰ ਸਿਰਫ ਉੱਥੇ ਵੱਢਣ ਵਾਸਤੇ ਹੀ ਲਿਜਾਇਆ ਗਿਆ। ਜੇ ਇਹ ਗੱਲ ਪੜਤਾਲ ਹੋਵੇ ਤਾਂ ਇਹ ਗੱਲ ਜਿਹੜੀ ਆ ਦੁੱਧ ਵਾਂਗ, ਜਿਹਨੂੰ ਕਹਿੰਦੇ ਚਿੱਟੇ ਦਿਨ ਵਾਂਗ, ਬਿਲਕੁਲ ਸਾਫ਼ ਹੋ ਜੂਗੀ ਇਹਦੀ, ਜੇ ਬਿਲਕੁਲ ਨਿਰਪੱਖ ਜਿਹੜੀ ਪੜਤਾਲ ਹੋਵੇ ਤਾਂ। ਹੁਣ ਆਖਰੀ ਸਵਾਲ ਹੈ, ਕਿਹਾ ਜਾਂਦਾ ਵੀ ਗੁਰੂ ਜੀ ਕਹਿੰਦੇ ਲਾਡਲੀ ਫੌਜ ਨੂੰ ਬਦਨਾਮ ਨਾ ਕਰ ਰਿਹਾ ਹੋਵੇ ਕੋਈ? ਨਹੀਂ, ਇਹ ਲਾਡਲੀ ਫੌਜ ਪਹਿਲਾਂ ਇੰਦਰਾ ਗਾਂਧੀ ਦੀ ਲਾਡਲੀ ਰਹੀ। ਜਦੋਂ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਹੋਈ ਆ,
ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਇਹ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਸੀਗਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਇੱਕ ਘੱਟ ਗਿਣਤੀ ਨਾਲ ਇਸ ਦੇਸ਼ ਦੇ ਵਿੱਚ ਹਾਕਮਾਂ ਨੇ ਕੀਤਾ ਹੈਗਾ। ਤੇ ਉਦੋਂ ਜਾ ਕੇ ਉੱਥੇ ਉਹ ਸਾਰੀ ਮੁੜ ਕੇ ਕਿੰਨੇ ਕਰਵਾਈ ਉਹ ਨਿਹੰਗਾਂ ਨੇ ਸਾਰੀ ਕਰਵਾਈ ਨਾ। ਕਿੰਦੀ ਮਦਦ ਕੀਤੀ? ਇੰਦਰਾ ਗਾਂਧੀ ਦੀ ਮਦਦ ਕੀਤੀ। ਤੇ ਹੁਣ ਇਹ ਸਾਰਾ ਕੁਝ ਕਰਕੇ ਕਿੰਦੀ ਮਦਦ ਕਰ ਰਿਹਾ? ਤੋਮਰ ਕਹਿੰਦਾ ਬੰਦਾ ਹੁਣ ਮੋਦੀ ਦੀ ਮਦਦ ਕਰ ਰਹੇ ਹੈਗੇ। ਇਸ ਕਰਕੇ ਲਾਡਲੀ ਫੌਜ ਗੁਰੂ ਦੀ ਨਹੀਂ, ਇਹ ਕਦੀ ਇੰਦਰਾ ਦੀ ਲਾਡਲੀ ਸੀ ਤੇ ਹੁਣ ਇਹ ਮੋਦੀ ਦੀ ਲਾਡਲੀ ਹੈਗੀ ਆ। ਬਹੁਤ ਬਹੁਤ ਧੰਨਵਾਦ ਜੀ। ਤਾਂ ਗੱਲਬਾਤ ਕੀਤੀ ਰਜਿੰਦਰਦੀਪ ਸਿੰਘ ਵਾਲਾ ਨਾਲ। ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਸਾਜ਼ਿਸ਼ਾਂ ਮੋਰਚੇ ਨੂੰ ਬਦਨਾਮ ਕਰਦੀਆਂ, ਪਰ ਜਿਸ ਨੇ ਵੀ ਮੋਰਚੇ ਨੂੰ ਬਦਨਾਮ ਕੀਤਾ ਉਹ ਦੁਨੀਆ ਦੇ ਸਾਹਮਣੇ ਬੇਪਰਦ ਹੋਇਆ। ਤੇ ਮੋਰਚੇ ਦੇ ਵਿੱਚ ਜੇ ਉਹਨਾਂ ਨੇ ਕਿਹਾ ਕਿ ਬਹੁਤ ਲੋਕ ਇਹ ਕਹਿ ਰਹੇ ਆ ਕਿ ਮੋਰਚਾ ਜੇ ਉੱਥੋਂ ਨਿਹੰਗ ਸਿੰਘ ਹਟਦੇ ਆ ਤਾਂ ਹੋ ਸਕਦਾ ਕਿ ਜਿਹੜੀ ਦਿੱਲੀ ਪੁਲਿਸ ਹੈ ਜਾਂ ਫੌਜ ਆ ਉਹ ਹਮਲਾ ਕਰਕੇ ਉੱਥੋਂ ਮੋਰਚਾ ਹੀ ਉਠਾ ਦੇ। ਤਾਂ ਉਹਨਾਂ ਕਿਹਾ ਕਿ ਟਿੱਕਰੀ ਬਾਰਡਰ ਤੇ ਵੀ ਸੇਮ ਮੋਰਚਾ ਚੱਲ ਰਿਹਾ, ਉੱਥੇ ਨਿਹੰਗ ਸਿੰਘ ਨਹੀਂ ਹੈ। ਸ਼ਾਹਜਹਾਂਪੁਰ ਬਾਰਡਰ ਤੇ ਚੱਲ ਰਿਹਾ, ਗਾਜੀਪੁਰ ਬਾਰਡਰ ਤੇ ਚੱਲ ਰਿਹਾ, ਉੱਥੇ ਨਹੀਂ ਹੈ। ਤਾਂ ਉੱਥੇ ਜਿਹਾ ਕੀ ਹੈ? ਉੱਥੇ ਵੀ ਕਿਸਾਨ ਬੈਠੇ ਆ। ਤਾਂ ਕਿਸਾਨਾਂ ਦੇ ਮੋਰਚੇ ਦੇ ਵਿੱਚ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ ਹੈ। ਮੁੱਦਾ ਆਰਥਿਕਤਾ ਦਾ, ਤਾਂ ਆਰਥਿਕਤਾ ਦੀ ਗੱਲ ਹੋਵੇ, ਨਾ ਕਿ ਇਸ ਨੂੰ ਕਿਸੇ ਕੋਈ ਰੰਗਤ ਦੇ ਕੇ ਮੋਰਚੇ ਨੂੰ ਖਰਾਬ ਕੀਤਾ ਜਾਵੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ।